बहुत ही प्यारे विद्यार्थियों, ਤੁਹਾਡਾ ਸਵਾਗਤ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਵਿੱਚ ਤੁਸੀਂ ਦਾਖਲ ਹੋਏ। ਪੰਜਾਬੀ ਵਿਭਾਗ ਲਗਾਤਾਰਤਾ ਦੇ ਵਿੱਚ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰ ਰਿਹਾ ਹੈ, ਕੁਝ ਕਿਤਾਬਾਂ ਦੇ ਹਵਾਲੇ ਨਾਲ ਗੱਲਾਂ ਕਰ ਰਹੇ ਹੈ ਤੇ ਕੁਝ ਕੁ ਤੁਹਾਡੇ ਉਸ ਵਿਸ਼ੇ ਨਾਲ ਜੋੜ ਕੇ ਅਸੀਂ ਗੱਲਾਂ ਕਰਦੇ ਹਾਂ। ਜਿਵੇਂ ਤੁਹਾਨੂੰ ਪਤਾ ਹੈ ਕਿ ਤੁਹਾਡੇ ਸਿਲੇਬਸ ਦੇ ਵਿੱਚ ਜਾਂ ਸਾਡੇ ਸਿਲੇਬਸ ਦੇ ਵਿੱਚ ਮੈਂ ਕਹਾਂ, ਮੈਂ ਵੀ ਤੁਹਾਡਾ ਇੱਕ ਸਾਥੀ ਹਾਂ, ਮੈਂ ਵੀ ਇੱਕ ਵਿਦਿਆਰਥੀ ਹਾਂ। ਬਸ ਫਰਕ ਇੰਨਾ ਹੈ ਕਿ ਮੇਰੀ ਉਮਰ ਤੁਹਾਡੇ ਨਾਲੋਂ ਥੋੜ੍ਹੀ ਵੱਧ ਹੈ। ਕਥਾ ਰੰਗ ਕਿਤਾਬ ਤੁਹਾਡੇ ਸਿਲੇਬਸ ਦੇ ਵਿੱਚ ਹੈ, ਤਾਂ ਅੱਜ ਅਸੀਂ ਕਥਾ ਰੰਗ ਦੇ ਹਵਾਲੇ ਦੇ ਨਾਲ ਕੁਝ ਗੱਲਾਂ ਕਹਾਣੀ ਦੇ ਸਿਧਾਂਤਕਾਰੀ ਬਾਰੇ ਕਰਾਂਗੇ। ਭਾਵੇਂ ਮੈਂ ਤੁਹਾਡੇ ਨਾਲ ਬੜੀਆਂ ਸਿੱਧੀ ਸਧਾਰਨ ਭਾਸ਼ਾ ਦੇ ਵਿੱਚ ਗੱਲਾਂ ਕਰਾਂਗਾ, ਕਿਉਂਕਿ ਮੈਂ ਜਾਣਦਾ ਹਾਂ ਕਿ ਤੁਸੀਂ 12ਵੀਂ ਕਲਾਸ ਤੋਂ ਪਾਸ ਕਰਕੇ ਸਾਡੇ ਕੋਲ ਪੜ੍ਹੇ ਹੋ। ਹਰੇਕ ਅਧਿਆਪਕ ਦਾ ਪੜ੍ਹਾਉਣ ਦਾ ਆਪਣਾ ਢੰਗ ਹੁੰਦਾ। ਮੈਂ ਸਮਝਦਾ ਕਿ ਹਰੇਕ ਵਿਦਿਆਰਥੀ ਦਾ ਆਪਣਾ ਪੜ੍ਹਨ ਦਾ ਢੰਗ ਹੁੰਦਾ। ਤਾਂ ਕਰਕੇ ਬਹੁਤ ਗੱਲਾਂ ਨੇ ਜਿਹੜੀਆਂ, ਖਾਸ ਕਰ ਕੁਝ ਸ਼ਬਦ ਜਿਹਨੂੰ ਅਸੀਂ ਅਕਸਰ ਕਹਿੰਦੇ ਹਾਂ ਕਿ ਇਹ ਸੰਕਲਪ ਹੈ, ਕੁਛ ਜਿਹੜੇ ਉਸੇ ਭਾਸ਼ਾ ਦੇ ਵਿੱਚ ਗੱਲ ਕਰਨੀ ਪੈਂਦੀ ਹੈ ਜਿਸ ਭਾਸ਼ਾ ਦੇ ਵਿੱਚ ਉਹ ਸੰਕਲਪ ਸਾਡੇ ਕੋਲ ਹੁੰਦੇ। ਕਥਾ ਰੰਗ ਦੇ ਹਵਾਲੇ ਦੇ ਨਾਲ ਅਸੀਂ ਸਿਧਾਂਤਕਾਰੀ ਦੇ ਨਾਲ 20ਵੀਂ ਸਦੀ ਦੀ ਪੰਜਾਬੀ ਕਹਾਣੀ ਹੈ ਜਿਹੜੀ, ਉਹਦੇ ਸਰੋਕਾਰਾਂ ਬਾਰੇ ਵੀ ਗੱਲ ਕਰਾਂਗੇ। ਕਿਉਂਕਿ ਆਧੁਨਿਕ ਪੰਜਾਬੀ ਜਦੋਂ ਅਸੀਂ ਸਾਹਿਤ ਦੀ ਗੱਲ ਕਰਦੇ ਹਾਂ ਤਾਂ ਮੈਂ ਸਮਝਦਾ ਕਿ ਕਹਾਣੀ ਹੈ ਜਿਹੜੀ, ਉਹ ਬੜੀ ਚਰਚਿਤ ਵਿਧਾ ਅਤੇ ਲਗਾਤਾਰਤਾ ਦੇ ਵਿੱਚ ਉਹ ਪੇਸ਼ਕਾਰੀ ਦੇ ਪੱਖ ਤੋਂ, ਜਿਹਨੂੰ ਤੁਸੀਂ ਟੈਕਨੀਕ ਕਹਿੰਦੇ ਹੋ, ਵਿਸ਼ੇ ਦੇ ਪੱਖ ਤੋਂ ਉਹ ਬਹੁਤ ਅਗਾਂਹ ਤੁਰ ਰਹੀ ਹੈ। ਪੰਜਾਬੀ ਦੇ ਇੱਕ ਬਹੁਤ ਵੱਡੇ ਕਹਾਣੀਕਾਰ ਸੰਤੋਖ ਸਿੰਘ ਧੀਰ ਨੇ ਤਾਂ ਇੱਥੋਂ ਤੱਕ ਕਿਹਾ ਕਿ ਪੰਜਾਬੀ ਕਹਾਣੀ ਹੁਣ ਵਿਸ਼ਵ ਪੱਧਰ ਦੀ ਕਹਾਣੀ ਬਣ ਗਈ। ਤਾਂ ਇਹ ਲਾਈਨ ਪੜ੍ਹਦੇ ਹੀ ਸਾਨੂੰ ਵਿਸ਼ਵ ਦੀਆਂ ਕਲਾਸਿਕ ਕਹਾਣੀਆਂ ਤੇ ਜਦੋਂ ਅਸੀਂ ਬਰਾਬਰ ਸਾਡੀ ਕਹਾਣੀ ਨੂੰ ਰੱਖਣਾ ਹੈ ਤਾਂ ਉਹ ਪੜ੍ਹਨੀਆਂ ਪੈਣਗੀਆਂ। ਤਾਂ ਜੇ ਕਿਸੇ ਦੋਸਤ ਦੀ ਇੱਛਾ, ਕਿਸੇ ਵਿਦਿਆਰਥੀ ਦੀ ਇੱਛਾ ਹੈ ਵੀ ਮੈਂ ਸਾਡੀ ਕਹਾਣੀ ਨੂੰ, ਖਾਸ ਕਰ ਕਥਾ ਰੰਗ ਦੇ ਵਿੱਚ ਜਿਹੜੀਆਂ 15 ਕਹਾਣੀਆਂ ਨੇ, ਉਹਨਾਂ ਕਹਾਣੀਆਂ ਦੇ ਪੱਧਰ ਨੂੰ ਵੇਖਣ ਦੇ ਲਈ ਵਿਸ਼ਵ ਦੀ ਕਹਾਣੀ ਪੜ੍ਹਨੀ ਹੈ, ਤਾਂ ਤੁਹਾਨੂੰ ਚੈਖਵ ਦੀਆਂ ਕਹਾਣੀਆਂ, ਦਾਸਤੋਵਸਕੀ ਦੀਆਂ ਕਹਾਣੀਆਂ, ਟਾਲਸਟਾਏ ਦੀਆਂ ਕਹਾਣੀਆਂ, ਉਰਦੂ ਵਿੱਚ ਮੰਟੋ ਦੀਆਂ ਕਹਾਣੀਆਂ, ਰਜਿੰਦਰ ਸਿੰਘ ਬੇਦੀ ਦੀਆਂ ਕਹਾਣੀਆਂ ਨੂੰ ਪੜ੍ਹ ਲੈਣਾ ਚਾਹੀਦਾ। ਫਿਰ ਤੁਸੀਂ ਇਹਨਾਂ ਕਹਾਣੀਆਂ ਦੇ ਬਰਾਬਰ ਸਾਡੀ ਕਹਾਣੀ ਨੂੰ ਰੱਖ ਕੇ ਵੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਸੰਤੋਖ ਸਿੰਘ ਧੀਰ ਦੀ ਟਿੱਪਣੀ ਦੇ ਵਿੱਚ ਕਿੰਨਾ ਦਮ ਹੈ। ਮੈਂ ਜਿਹੜੀ ਗੱਲ ਕਰਦਾ ਸੀ ਕਿ ਲਗਾਤਾਰਤਾ ਦੇ ਵਿੱਚ ਕਹਾਣੀ ਦੇ ਵਿੱਚ ਜਾਂ ਕਿਸੇ ਵੀ ਵਿਧਾ ਦੇ ਵਿੱਚ ਪਰਿਵਰਤਨ ਵਾਪਰਦੇ ਰਹਿੰਦੇ ਆ। ਬਹੁਤ ਸਾਰੇ ਪਰਿਵਰਤਨ ਮੈਂ ਸਮਝਦਾ ਕਿ ਪੇਸ਼ਕਾਰੀ ਦੇ ਪੱਖ ਤੋਂ ਬਦਲਦੇ ਆ, ਬਹੁਤ ਸਾਰੇ ਪਰਿਵਰਤਨ ਸਰੋਕਾਰ ਦੇ ਪੱਖ ਤੋਂ ਬਦਲਦੇ। ਜਿਵੇਂ ਹੁਣ ਦੇ ਦੌਰ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਕੋਵਿਡ-19 ਦੇ ਨਾਲ ਪੂਰਾ ਵਿਸ਼ਵ ਜੂਝ ਰਿਹਾ, ਤਾਂ ਮੈਨੂੰ ਲੱਗਦਾ ਘੱਟੋ ਘੱਟ ਇਹਨਾਂ ਦਿਨਾਂ ਦੇ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਕਹਾਣੀਆਂ ਜ਼ਰੂਰ ਲਿਖੀਆਂ ਜਾਣਗੀਆਂ, ਕੁਝ ਕਵਿਤਾਵਾਂ ਸਾਡੇ ਸਾਹਮਣੇ ਆਈਆਂ ਨੇ। ਇਸ ਤਰ੍ਹਾਂ ਦਾ ਕੰਮ ਅਨੇਮਨ ਸਿੰਘ ਕਰ ਰਿਹਾ। ਜੇ ਤੁਸੀਂ ਅਨੇਮਨ ਸਿੰਘ ਨੂੰ ਜਾਣਦੇ ਹੋ, ਪੰਜਾਬੀ ਦਾ ਵੱਡਾ ਕਹਾਣੀਕਾਰ ਹੈ। ਉਹ ਕਿਸੇ ਇੱਕ ਵਿਸ਼ੇ ਨੂੰ ਲੈ ਕੇ ਕਹਾਣੀਆਂ ਨੂੰ ਸੰਪਾਦਿਤ ਕਰ ਰਿਹਾ। 47 ਨਾਲ ਸੰਬੰਧਿਤ ਕਹਾਣੀ, ਮੰਨ ਲਓ ਜਿੰਦਰ ਨੇ ਕਿਤਾਬ ਉਸ ਤਰ੍ਹਾਂ ਦੀ ਸੰਪਾਦਿਤ ਕਰੀ। 84 ਨਾਲ ਸੰਬੰਧਿਤ ਕਹਾਣੀਆਂ ਨੂੰ ਜਿੰਦਰ ਨੇ ਸੰਪਾਦਿਤ ਕਰਿਆ। ਐਵੇਂ ਕਵਿਤਾ ਦੇ ਵਿੱਚ ਵਾਪਰਦਾ। ਮੈਂ ਅੱਜ ਹੀ ਗੁਰਪ੍ਰੀਤ ਦੀ ਡਾਇਰੀ ਪੜ੍ਹ ਰਿਹਾ ਸੀ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਅਮਰਜੀਤ ਚੰਦਨ ਦੀ ਕਿਤਾਬ ਹੈ ਜਿਹੜੀ 47 ਦੀਆਂ, ਜਿੰਨੀਆਂ ਵੀ 47 ਨਾਲ ਸੰਬੰਧਿਤ ਕਵਿਤਾਵਾਂ ਨੇ,
ਉਹ ਇੱਕ ਕਿਤਾਬ ਦੇ ਵਿੱਚ ਇਕੱਠਾ ਕਰਕੇ ਇੱਕ ਭੂਮਿਕਾ ਦੇ ਰੂਪ ਦੇ ਵਿੱਚ ਵੱਡਾ ਦਸਤਾਵੇਜ਼ ਜਿਹੜੇ ਚੰਦਨ ਹੋਰਾਂ ਨੇ ਸਾਹਮਣੇ ਲੈ ਕੇ ਆਉਂਦਾ। ਤੇ ਕਹਾਣੀ ਦੇ ਬਾਰੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਕਹਾਣੀ ਦੀ ਉਮਰ ਹੈ ਜਿਹੜੀ ਉਹ ਸਾਡੇ ਕੋਲ 100 ਸਾਲ ਤੋਂ ਉੱਪਰ ਬਣਦੀ ਆ। ਇਸ ਸੰਬੰਧ ਵਿੱਚ ਵੀ ਕਿ ਪਹਿਲੀ ਕਹਾਣੀ ਕਿਹੜੀ ਆਈ, ਪੰਜਾਬੀ ਦਾ ਪਹਿਲਾ ਮੌਲਿਕ ਨਾਵਲ ਕਿਹੜਾ ਹੈ, ਪੰਜਾਬੀ ਦੀ ਪਹਿਲੀ ਮੌਲਿਕ ਕਹਾਣੀ ਕਿਹੜੀ ਹੈ, ਇਹ ਭਾਵੇਂ ਇੱਕ ਮੁੱਦਾ, ਇੱਕ ਡਿਬੇਟ ਦਾ ਮੁੱਦਾ, ਆਪਣੇ ਆਪ ਦੇ ਵਿੱਚ ਵੱਡੀ ਬਹਿਸ ਦਾ ਮੁੱਦਾ ਹੈ, ਪਰ ਫਿਰ ਵੀ ਪਿਛਲੇ ਦਿਨਾਂ ਦੇ ਵਿੱਚ ਜਾਂ ਪਿਛਲੇ ਸਾਲਾਂ ਦੇ ਵਿੱਚ ਇੱਕ ਆਲੋਚਨਾ ਦੇ ਮੈਗਜ਼ੀਨ ਦੇ ਵਿੱਚ ਜੇ ਤੁਸੀਂ ਕਦੇ ਪੜ੍ਹੋ ਤਾਂ ਡਾਕਟਰ ਸੁਰਜੀਤ ਸਿੰਘ ਦੇ ਵਿਦਿਆਰਥੀ ਨੇ, ਡਾਕਟਰ ਪਰਮਜੀਤ ਨੇ ਇੱਕ ਖੋਜ ਕਰੀ ਸੀ ਕਿ ਪੰਜਾਬੀ ਦੀ ਪਹਿਲੀ ਮੌਲਿਕ ਕਹਾਣੀ ਜਿਹਨੂੰ ਅਸੀਂ 20ਵੀਂ ਸਦੀ ਦੇ ਪਹਿਲੇ ਦਹਾਕੇ ਦੇ ਵਿੱਚ ਮੰਨਦੇ ਸਾਂ, ਉਹਨੇ ਕਿਹਾ ਸੀ ਕਿ 1896 ਦੇ ਵਿੱਚ ਉਹ ਪਹਿਲੀ ਕਹਾਣੀ ਆਈ। ਮੇਰੇ ਨਾਮ ਹੁਣ ਚੇਤੇ ਦੇ ਵਿੱਚੋਂ ਨਿਕਲਿਆ, ਜਦੋਂ ਮੇਰੇ ਯਾਦ ਆਉ ਤਾਂ ਮੈਂ ਤੁਹਾਡੇ ਨਾਲ ਸਾਂਝਾ ਕਰਾਂ। ਤਾਂ ਕਰਕੇ ਕਿਸੇ ਵੀ ਵਿਧਾ ਦੇ ਬਾਰੇ, ਉਹਦੀ ਮੌਲਿਕਤਾ ਦੇ ਬਾਰੇ ਬਾਰ-ਬਾਰ ਸਵਾਲ ਉੱਠਦੇ ਆ, ਉਹਦੇ ਸਰੋਕਾਰ ਬਾਰੇ ਬਾਰ-ਬਾਰ ਸਵਾਲ ਉੱਠਦੇ ਆ। ਤਾਂ ਇਹਨਾਂ ਸਵਾਲਾਂ ਨਾਲ ਨਜਿੱਠਣ ਦੇ ਲਈ ਸਾਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ। ਹੁਣ ਪਹਿਲਾ ਹੀ ਸਵਾਲ ਸਾਡੇ ਕੋਲ ਬਣਦਾ ਹੈ ਕਿ ਜੀ ਪੰਜਾਬੀ ਕਹਾਣੀ ਨੂੰ ਜਦੋਂ ਅਸੀਂ ਕਹਿੰਦੇ ਕਿ ਆਧੁਨਿਕ ਪੰਜਾਬੀ ਕਹਾਣੀ, ਫਿਰ ਆਧੁਨਿਕ ਸ਼ਬਦ ਕਿਉਂ ਜੁੜਿਆ, ਆਧੁਨਿਕ ਹੈ ਕੀ ਹੈ, ਇੱਕ ਬਹੁਤ ਵੱਡਾ ਵਿਸ਼ਾ। ਆਧੁਨਿਕਤਾ ਦੇ ਸੰਬੰਧ ਵਿੱਚ ਦੋ ਤਰ੍ਹਾਂ ਦੀਆਂ ਰਾਵਾਂ ਜਿਹੜੀਆਂ ਸਾਡੇ ਸਾਹਮਣੇ ਚੱਲ ਰਹੀਆਂ ਨੇ, ਜਾਂ ਮੈਂ ਸਮਝਦਾ ਕਿ ਦੋ ਧਿਰਾਂ ਨੇ ਜਿਹੜੀਆਂ ਆਧੁਨਿਕਤਾ ਨੂੰ ਆਪਣੇ ਆਪਣੇ ਤਰੀਕੇ ਨਾਲ ਪਰਿਭਾਸ਼ਿਤ ਕਰ ਰਹੀਆਂ ਨੇ। ਇੱਕ ਧਿਰ ਜਿਹੜੀ ਹੁਣ ਦੇ ਦੌਰ ਦੇ ਵਿੱਚ ਭਾਰੂ ਪ੍ਰਵਚਨ ਹੈ ਜਿਸ ਕੋਲ, ਉਹ ਆਧੁਨਿਕਤਾ ਨੂੰ ਬਹੁਤ ਹੀ ਅਗਰੈਸਿਵ ਤਰੀਕੇ ਨਾਲ ਵੇਖ ਰਹੀ ਹੈ। ਪਰ ਇੱਕ ਦੂਸਰੀ ਧਿਰ ਹੈ ਜਿਹੜੀ ਮੰਨਦੀ ਹੈ ਕਿ ਆਧੁਨਿਕਤਾ ਨੇ ਕਿਸ ਹੱਦ ਤੱਕ ਸਾਡਾ ਨੁਕਸਾਨ ਕੀਤਾ ਹੈ, ਜਾਂ ਅਸੀਂ ਆਧੁਨਿਕਤਾ ਨੂੰ ਵੇਖਣਾ ਕਿਵੇਂ ਆ। ਇੱਕ ਧਿਰ ਧਰਮ ਦੇ ਵਿੱਚੋਂ ਆਪਣੇ ਅਰਥ ਲੈ ਰਹੀ ਹੈ, ਇੱਕ ਧਿਰ ਪਦਾਰਥ ਦੇ ਵਿੱਚੋਂ ਆਪਣੇ ਅਰਥ ਲੈ ਰਹੀ ਹੈ। ਅਸੀਂ ਦੋਵਾਂ ਧਿਰਾਂ ਤੋਂ ਵੱਖਰੀ ਕੋਈ ਰਾਏ ਹੈ ਜਿਹੜੀ ਉਹ ਵਿਭਾਗ ਦੇ ਅਧਿਆਪਕ ਜਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਹੈ ਜਿਹੜੇ ਉਹਨਾਂ ਨੇ ਬਣਾਈ ਹੋਈ। ਹੁਣ ਜਦੋਂ ਕੋਈ ਵੀ ਨਵੀਂ ਵਿਧਾ ਆਉਂਦੀ ਆ, ਜਾਂ ਤੁਸੀਂ ਕਹਿੰਦੇ ਕੋਈ ਨਵਾਂ ਖਿਆਲ ਆਉਂਦਾ, ਤੁਹਾਡੇ ਕੋਲ ਕੋਈ ਨਵੀਂ ਗੱਲ ਆਉਂਦੀ ਆ, ਤਾਂ ਸੁਭਾਵਿਕ ਉਹਦੇ ਵਿੱਚ ਪਰੰਪਰਾ ਹੁੰਦੀ ਆ। ਸਿੱਧੇ ਰੂਪ ਦੇ ਵਿੱਚ ਨਹੀਂ, ਅਸਿੱਧੇ ਰੂਪ ਦੇ ਵਿੱਚ ਉਹਦਾ ਕਿਤੇ ਨਾ ਕਿਤੇ ਦਾਖਲ ਹੁੰਦਾ। ਇਸ ਪੱਖ ਤੋਂ ਅਸੀਂ ਵਿਧਾ ਨਾਲ, ਜਿਹੜੀ ਵਿਧਾ ਕੋਈ ਵੀ ਕਹਾਣੀ ਦੀ ਹੈ, ਮੰਨ ਲਓ ਨਾਵਲ ਦੀ ਆ, ਕਵਿਤਾ ਦੀ ਆ, ਨਿੱਕੀ ਕਹਾਣੀ ਦੀ ਆ, ਲੰਮੀ ਕਹਾਣੀ ਦੀ ਆ, ਤਾਂ ਜਦੋਂ ਸਾਡੇ ਕੋਲ ਮੱਧਕਾਲ ਹੈ, ਕਿਉਂਕਿ ਸਾਡੇ ਕੋਲ ਲੰਮਾ ਟਾਈਮ ਪੀਰੀਅਡ ਮੱਧਕਾਲ ਦਾ, ਤਾਂ ਮੱਧਕਾਲ ਦੇ ਵਿੱਚ ਕੀ ਵਾਪਰਦਾ ਕਿ ਮੱਧਕਾਲ ਦਾ ਜਿਸ ਤਰ੍ਹਾਂ ਦਾ ਸਰੋਕਾਰ ਹੈ, ਜਿਸ ਤਰ੍ਹਾਂ ਦਾ ਪ੍ਰਵਚਨ ਹੈ, ਜਿਸ ਤਰ੍ਹਾਂ ਦੀ ਮੈਂ ਕਹਿੰਦਾ ਕਿ ਪੰਜਾਬੀ ਦੇ ਵਿੱਚ ਕਹਾ ਕਿ ਉਸ ਦੌਰ ਦੇ ਵਿੱਚ ਜਿਸ ਤਰ੍ਹਾਂ ਦੀ ਗੱਲ ਹੈ, ਉਹ ਗੱਲ ਨੂੰ ਪੇਸ਼ ਕਰਨ ਦੇ ਲਈ ਉਸ ਤਰ੍ਹਾਂ ਦਾ ਰੂਪ ਹੈ, ਵਿਧਾ। ਹੁਣ ਤੁਸੀਂ ਇਹ ਵੀ ਕਹਿ ਸਕਦੇ ਕਿ ਇੱਕ ਚੀਜ਼ ਭਾਂਡਾ ਹੈ, ਜਿਵੇਂ ਮੇਰੇ ਕੋਲ ਗਲਾਸ ਦੇ ਵਿੱਚ ਜਦੋਂ ਅਸੀਂ ਪਾਣੀ ਪੀਂਦੇ ਹਾਂ, ਇੱਕ ਇਹਦਾ ਬਾਹਰੀ ਖੋਲ ਹੈ, ਇੱਕ ਦੇ ਵਿੱਚ ਪਾਈ ਜਾਣ ਵਾਲੀ ਚੀਜ਼ ਹੈ। ਤਾਂ ਮੈਂ ਅਕਸਰ ਸਮਝਦਾ ਹਾਂ ਕਿ ਇਹ ਦੋਨੇ ਚੀਜ਼ਾਂ ਆਪਸ ਦੇ ਵਿੱਚ ਰਲ ਇਕੱਠ ਹੈ। ਨਾ ਤਾਂ ਗਲਾਸ ਤੋਂ ਬਿਨਾਂ ਪਾਣੀ ਨੂੰ ਬਾਕੀ ਤੈਰ ਸਕਦੇ, ਨਾ ਪਾਣੀ ਤੋਂ ਬਿਨਾਂ ਗਲਾਸ ਨੂੰ ਬਾਕੀ ਤੈਰ ਸਕਦੇ। ਰੂਪ ਜਦੋਂ ਕੋਈ ਆਉਂਦਾ ਤਾਂ ਮੈਂ ਸਮਝਦਾ, ਜਾਂ ਮਾਰਕਸਵਾਦੀ ਇੱਕ ਦ੍ਰਿਸ਼ਟੀ ਜਿਹੜੀ ਸਾਡੇ ਕੋਲ ਹੈਗੀ ਆ, ਮਾਰਕਸਵਾਦ ਦਾ ਸੋਹ ਸ਼ਾਸਤਰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਅੱਗੇ ਵੀ ਅਸੀਂ ਬਹੁਤ ਸਾਰੀਆਂ ਗੱਲਾਂ ਮਾਰਕਸਵਾਦ ਦੇ ਹਵਾਲੇ ਨਾਲ ਵੀ ਕਰਾਂਗੇ, ਗੁਰਮਤਿ ਦੇ ਹਵਾਲੇ ਨਾਲ ਵੀ ਕਰਾਂਗੇ, ਕਿ ਜਿਹੜੀ ਵੀ ਕੋਈ ਵਿਧਾ ਸਾਡੇ ਕੋਲ ਆਉਂਦੀ ਹੈ, ਕੋਈ ਵੀ ਜਦੋਂ ਕੋਈ ਗੱਲ ਆਉਂਦੀ ਹੈ, ਤਾਂ ਗੱਲ
ਆਪਣੇ ਆਪ ਕਿਸੇ ਰੂਪ ਨੂੰ ਨਾਲ ਲੈ ਕੇ ਆਉਂਦੀ। ਜਦੋਂ ਸਾਡੇ ਕੋਲ ਲੜਾਈਆਂ ਦਾ ਅਸੀਂ ਜ਼ਿਕਰ ਕਰਨਾ ਸੀ, ਜੰਗ ਯੁੱਧਾਂ ਦਾ ਜ਼ਿਕਰ ਕਰਨਾ ਸੀ, ਤਾਂ ਸਾਡੇ ਕੋਲ ਜਿਹੜੀਆਂ ਵਿਧਾਵਾਂ ਸੀ ਉਹਨਾਂ ਵਿਧਾਵਾਂ ਦੇ ਵਿੱਚ ਵਾਰ ਸੀ, ਸਾਡੇ ਕੋਲ ਜੰਗਨਾਮੇ ਸੀ, ਕਿਉਂਕਿ ਕਿਸੇ ਹੋਰ ਵਿਧਾ ਦੇ ਵਿੱਚ ਉਹਨਾਂ ਨੂੰ ਪੇਸ਼ ਨਹੀਂ ਕੀਤਾ ਜਾ ਸਕਦਾ। ਸਮਾਂ ਬਦਲਦਾ ਜਦੋਂ ਤੁਸੀਂ ਜਿਹਨੂੰ ਆਧੁਨਿਕਤਾ ਅਸੀਂ ਕਹਿੰਦੇ ਹਾਂ, ਜਿਹਨੂੰ ਇੱਕ ਵਿਸ਼ੇਸ਼ ਟਰਮਨੋਲੋਜੀ ਦੇ ਵਿੱਚ ਕਹਿਣਾ ਹੋਵੇ, ਜਦੋਂ ਸਵਰਗ ਦੀ ਥਾਂ ਧਰਤੀ ਦੀ ਗੱਲ ਹੋਣ ਲੱਗਦੀ ਆ, ਜਾਂ ਕਿਸੇ ਵਿਸ਼ੇਸ਼ ਬੰਦੇ ਦੀ ਬਜਾਏ ਸਧਾਰਨ ਬੰਦੇ ਦੀ ਗੱਲ ਹੋਣ ਲੱਗਦੀ ਆ, ਜਿਹਨੂੰ ਅਸੀਂ ਉਸ ਦੌਰ ਨੂੰ ਅਸੀਂ ਆਧੁਨਿਕ ਦੌਰ ਕਹਿ ਲੈਂਦੇ ਹਾਂ, ਤਾਂ ਬਹੁਤਾ ਅਸੀਂ ਇਹਨੂੰ ਜੋੜਦੇ ਹਾਂ ਅੰਗਰੇਜ਼ਾਂ ਦੀ ਆਮਦ ਦੇ ਨਾਲ। ਅਤੇ ਸਾਡੇ ਸਾਹਮਣੇ ਸਵਾਲ ਬਣਦਾ ਹੈ ਕਿ ਅੰਗਰੇਜ਼ਾਂ ਦੇ ਆਉਣ ਦੇ ਨਾਲ ਸਾਹਿਤ ਦੇ ਵਿੱਚ ਨਵੀਆਂ ਵਿਧਾਵਾਂ ਆਈਆਂ ਜਾਂ ਪੱਛਮੀ ਪ੍ਰਭਾਵਾਂ ਦੇ ਅਧੀਨ ਸਾਡੇ ਕੋਲ ਪੰਜਾਬੀ ਕਹਾਣੀ ਆਈ? ਇਹ ਇੱਕ ਬਹੁਤ ਵੱਡਾ ਸਵਾਲ ਸਾਡੇ ਸਾਹਮਣੇ ਹੈ ਕਿ ਪੰਜਾਬੀ ਕਹਾਣੀ, ਜਦੋਂ ਅਸੀਂ ਕਹਾਣੀ ਕਹਿੰਦੇ ਹਾਂ, ਪੰਜਾਬੀ ਕਹਾਣੀ ਕਹਿੰਦੇ ਹਾਂ, ਵਿਧਾ ਦੇ ਪੱਖ ਤੋਂ, ਸਿਧਾਂਤ ਦੇ ਪੱਖ ਤੋਂ, ਕਿ ਉਸ ਦੇ ਵਿੱਚ ਮੌਲਿਕਤਾ ਜਾਂ ਕਿਸ ਤੋਂ ਉਧਾਰੀ ਲਈ ਹੋਈ ਚੀਜ਼ ਆ, ਤਾਂ ਮੈਂ ਸਮਝਦਾ ਕਿ ਨਾ ਤਾਂ ਉਹ ਪੂਰਨ ਰੂਪ ਦੇ ਵਿੱਚ ਮੌਲਿਕ ਹੈ ਅਤੇ ਨਾ ਹੀ ਨਿਰੀਪੁਰੀ ਉਹ ਪੱਛਮ ਤੋਂ ਲਈ ਹੋਈ ਉਧਾਰੀ ਕੋਈ ਚੀਜ਼ ਹੈ। ਇਹਦੇ ਲਈ ਮੈਂ, ਜਦੋਂ ਤੁਸੀਂ ਆਪਣੇ ਆਪ ਤੁਹਾਨੂੰ ਪਤਾ ਲੱਗ ਜਾਏਗਾ, ਮੁੱਢਲੀ ਪੰਜਾਬੀ ਕਹਾਣੀ ਪੜ੍ਹੋਗੇ ਤਾਂ ਉਹ ਕਹਾਣੀ ਇੱਕ ਜਿਹੜਾ ਸਰੋਕਾਰ ਸਿਰਜ ਰਹੀ ਆ, ਉਹ ਸਮਾਜ ਦੇ ਸੁਧਾਰ ਦਾ ਸਰੋਕਾਰ ਹੈ। ਅਤੇ ਉਸੇ ਦੌਰ ਦੇ ਵਿੱਚ ਜਦੋਂ ਪੱਛਮ ਦਾ ਥਾਟ ਸਾਡੇ ਕੋਲ ਆ ਰਿਹਾ, ਪੱਛਮ ਦਾ ਥਾਟ ਕਿਤੇ ਨਾ ਕਿਤੇ ਪੰਜਾਬ ਦੇ ਆਦਰਸ਼ ਨੂੰ, ਜਿਹੜਾ ਤੁਹਾਡੀ ਸੁਸਾਇਟੀ ਦਾ ਆਦਰਸ਼ ਹੈ, ਉਹਨੂੰ ਖਤਮ ਕਰ ਰਿਹਾ। ਅਤੇ ਉਸੇ ਦੌਰ ਦੇ ਵਿੱਚ ਪੰਜਾਬੀ ਕਹਾਣੀ ਉਸ ਆਦਰਸ਼ ਨੂੰ ਕਾਇਮ ਕਰਨ ਲੱਗੀ ਹੋਈ ਹੈ। ਤਾਂ ਕਿਤੇ ਨਾ ਕਿਤੇ ਇਹਦੇ 'ਚ ਜਿਹੜੀ ਪਰੰਪਰਾ ਵਾਲੀ ਚੀਜ਼ ਹੈ ਕੋਈ, ਉਹ ਮੌਲਿਕ ਰੂਪ ਦੇ ਵਿੱਚ ਤੁਰਦੀ ਹੈ, ਅਤੇ ਉਹਦੀ ਪੇਸ਼ਕਾਰੀ ਵੀ ਕਿਤੇ ਨਾ ਕਿਤੇ ਸਾਡੀ ਸਾਖੀ ਨਾਲ ਜੁੜਦੀ ਹੈ। ਤਾਂ ਕਰਕੇ ਅਸੀਂ ਕਹਿੰਦੇ ਹਾਂ ਕਿ ਇਹ ਜਿਹੜੀ ਵਿਧਾ ਇਹ ਨਾ ਤਾਂ ਨਿਰੋਧ ਰੂਪ ਦੇ ਵਿੱਚ ਪੱਛਮ ਤੋਂ ਆਈ ਹੈ, ਅਤੇ ਨਾ ਹੀ ਸਿੱਧੇ ਰੂਪ ਦੇ ਵਿੱਚ ਮੈਂ ਕਹਿੰਦਾ ਕਿ ਸਾਡੀ ਕੋਈ ਮੌਲਿਕ ਵਿਧਾ। ਤਾਂ ਕਰਕੇ ਜਦੋਂ ਅਸੀਂ ਗੱਲਾਂ ਕਰਦੇ ਹਾਂ ਤਾਂ ਅਸੀਂ ਕਹਾਣੀ ਦੇ ਹਵਾਲੇ ਨਾਲ ਜਦੋਂ ਗੱਲਾਂ ਕਰਾਂਗੇ ਅਗਲੇ ਲੈਕਚਰ ਦੇ ਵਿੱਚ, ਤਾਂ ਉਹ ਗੱਲਾਂ ਅਸੀਂ ਸਿਧਾਂਤ ਨੂੰ ਨਾਲ ਰੱਖ ਕੇ ਕਰਨੀਆਂ ਨੇ। ਫਿਰ ਸਾਨੂੰ ਪਤਾ ਲੱਗੇ ਕਿ ਕੋਈ ਸਿਰਜਣਾ ਹੁੰਦੀ ਕਿਵੇਂ ਆ। ਜੇ ਗੁਰਮੁਖ ਸਿੰਘ ਮੁਸਾਫਿਰ 27 ਜਨਵਰੀ ਕਹਾਣੀ ਲਿਖ ਰਿਹਾ ਤਾਂ ਉਹਦਾ ਵਿਸ਼ਾ ਵਸਤੂ ਕਿਵੇਂ ਆ ਰਿਹਾ ਅਤੇ ਉਹਦੀ ਪੇਸ਼ਕਾਰੀ ਦਾ ਢੰਗ ਕਿਵੇਂ ਆ ਰਿਹਾ। ਅਤੇ ਜੇ ਕੋਈ ਸੰਤ ਸਿੰਘ ਸੇਖੋਂ ਵਰਗਾ ਸਿਰਜਕ ਮੁੜ ਵਿਧਵਾ ਕਹਾਣੀ ਲਿਖ ਰਿਹਾ ਤਾਂ ਕਹਾਣੀ ਦੀ ਰਫਤਾਰ, ਕਹਾਣੀ ਦੀ ਰਵਾਨਗੀ, ਕਹਾਣੀ ਦੀ ਫਿਲਾਸਫੀ, ਕਹਾਣੀ ਦਾ ਮਨੋਵਿਗਿਆਨ ਕਿਵੇਂ ਤੁਰਦਾ। ਅਤੇ ਇਹ ਗੱਲਾਂ ਸਿਧਾਂਤ ਦੇ ਨਾਲ ਜਿਹੜੀ ਸਾਡੀ ਪ੍ਰੈਕਟਿਸ ਹੈ, ਸਾਡਾ ਵਿਵਹਾਰ ਹੈ, ਸਾਡਾ ਪ੍ਰੈਕਟੀਕਲ ਹੈ, ਸਾਡਾ ਖਿਆਲ ਹੈ, ਇੱਕ ਖਿਆਲ ਕਿਸੇ ਕਹਾਣੀ ਦੇ ਤੱਤ ਨੂੰ ਕਿਵੇਂ ਪ੍ਰਭਾਵਿਤ ਕਰਦਾ ਅਤੇ ਇੱਕ ਤੱਤ ਕਿਸੇ ਖਿਆਲ ਨੂੰ ਕਿਵੇਂ ਪ੍ਰਭਾਵਿਤ ਕਰਦਾ, ਆਉਣ ਵਾਲੇ ਲੈਕਚਰ ਦੇ ਵਿੱਚ ਅਸੀਂ ਇਹ ਗੱਲਾਂ ਕਰਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ।